ਤਾਂ ਉਸ ਬੱਚੇ ਨੂੰ ਜਿਸ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਤੇ ਉਹਦਾ ਅਚੇਤ ਮਨ ਇਹ ਸੋਚੀ ਬੈਠਾ ਕਿ ਇਹ ਤਾਂ ਜਸ਼ਨ ਦਾ ਮਾਹੌਲ ਹੈ, ਮੇਲੇ ਤੇ ਜਾਣਾ, ਉਹ ਵੱਡਾ ਹੋਣ ਤੱਕ ਵੀ ਉਹ ਪੀੜ ਮਹਿਸੂਸ ਕਰ ਹੀ ਨਹੀਂ ਸਕਦਾ। ਬਿਲਕੁਲ। ਸੋ ਉਹ ਚੀਜ਼ ਜਿਸਨੇ ਨੌਜਵਾਨ ਖੜ ਕੇ, ਜਿਵੇਂ ਤੁਸੀਂ ਅੱਖਾਂ ਵੀ ਭਰ ਆਉਂਦੀਆਂ, ਦਿਲ ਵੀ ਭਰਦਾ ਕਿ ਇੰਨਾ ਜ਼ੁਲਮ ਜੇ ਹੋਇਆ ਤਾਂ ਵਾਹਿਗੁਰੂ ਸਭ ਪਾਸੇ ਸੁੱਖ ਸ਼ਾਂਤੀ ਬਖਸ਼ੇ, ਕਿਸੇ ਹੋਰ ਥਾਈਂ ਇਹ ਜ਼ੁਲਮ ਨਾ ਹੋਵੇ। ਉਹ ਅੱਜ ਪਿੰਡਾਂ ਵਿੱਚ ਸਾਡੀਆਂ ਨੌਜਵਾਨ ਕਿੰਨੀਆਂ ਕਮਾਵਾਂ ਨੇ ਜਿਹੜੀਆਂ ਆਪਣੇ ਵਿਰਾਸਤ ਨੂੰ ਸਾਂਭ ਕੇ ਬੈਠੀਆਂ ਹੋਣ, ਜਿਹੜੀਆਂ ਇਤਿਹਾਸ ਸੁਣਾਉਂਦੀਆਂ ਹੋਣ, ਜਿਨ੍ਹਾਂ ਨੂੰ ਮੋਬਾਈਲਾਂ ਤੋਂ ਹੀ ਵੇਲ ਨਾ ਹੋ, ਨਹੀਂ ਜੇ ਸਾਂਭ ਸਕਣ ਲੱਗੇ, ਪਰ ਉਹਦੇ ਵਿੱਚ ਇਹ ਯਾਦਗਾਰਾਂ ਜਦੋਂ ਸਾਡੀਆਂ ਪੁਰਾਣੀਆਂ ਖ਼ਤਮ ਕਰਨ ਦਾ ਮਕਸਦ ਇਹ ਹੈ ਕਿਤੇ ਲਹੂ ਨਾ ਗਰਮਾ ਜਾਣ, ਇਹ ਪੰਜਾਬੀ ਕਿਤੇ ਜਾਗ ਨਾ ਜਾਣ, ਇਹਨਾਂ ਦੀ ਅਣਖ ਮਾਰ ਦਿੱਤੀ ਜਾਏ, ਤੇ ਵਾਕਈ ਉਹੀ ਹੋ ਰਿਹਾ। ਅਗਲੀ ਪੀੜ੍ਹੀ ਨੱਚਦੀ ਗਾਉਂਦੀ, ਜਲੇਬੀਆਂ ਖਾਂਦੀ, ਰੌਸ਼ਨੀਆਂ ਕਰਦੀ, ਅਫਸੋਸ ਕਿੱਥੇ ਜੇ। ਕਿੰਨੇ ਕੁ ਘਰ ਉਂਗਲਾਂ ਤੇ ਗਿਣਿਓ ਕਿਹੜੇ ਘਰ ਨੇ ਜਿਹੜੇ ਰੋਂਦੇ ਹੋ। ਪਰ ਜਿਸ ਵੀ ਧਰਮ ਦਾ ਆਗੂ ਜਦੋਂ ਲਿਫਾਫਿਆਂ ਚੋਂ ਨਿਕਲਣਾ ਸ਼ੁਰੂ ਹੋ ਜਾਏ ਨਾ, ਉਹ ਧਰਮ, ਉਹਦੀ ਉਮਰ ਬਹੁਤੀ ਲੰਬੀ ਨਹੀਂ ਜੇ ਰਹਿੰਦੀ, ਕਿਉਂਕਿ ਬਗਾਵਤੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਰੰਗ ਪੰਜਾਬ ਦੇ ਚੈਨਲ ਤੇ ਆਪ ਸਭ ਦਾ ਸਵਾਗਤ ਕਰਦਾ। ਸੋ ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਦਾ ਵਿਸ਼ਾ ਹੋਵੇਗਾ ਸ਼ਹੀਦੀ ਜੋੜ ਮੇਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਚੱਲ ਰਿਹਾ ਹੈ। ਸ਼ਹੀਦੀ ਹਫ਼ਤਾ ਜੋ ਚੱਲ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ। ਸੋ ਆਪਾਂ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੋਣਗੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ? ਸਿਹਤਾਂ ਕਿਵੇਂ ਜੀ? ਥੋੜਾ ਜਿਹਾ ਮੌਸਮ ਬਦਲੀ ਦੇ ਕਾਰਨ ਕੁਝ ਹੋ ਰਿਹਾ, ਪਰ ਫਿਰ ਵੀ ਆਪਾਂ, ਮੇਰਾ ਖਿਆਲ ਹੈ ਸਭਨਾਂ ਦਾ, ਯਾਨੀ ਸਰਬੱਤ ਦੇ ਭਲੇ ਦੀ ਗੱਲ ਹੀ ਕਰੀਏ, ਕਿਉਂਕਿ ਜਿਵੇਂ ਕੋਵਿਡ ਦਸਤਕ ਦੇ ਰਹੀ ਹੈ ਤਾਂ ਪਹਿਲੀ ਜਿਹੜੀ ਗੱਲ ਸੋਚ ਕੇ ਵੀ ਕਾਂਬਾ ਚਿੜਦਾ। ਸੋ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ, ਸਾਰੇ ਬਚਾਅ ਰੱਖਣ। ਤਾਂ ਜ਼ਰੂਰ ਜੇ ਮਾਸਕ ਦੀ ਵਰਤੋਂ, ਕਿਉਂਕਿ ਅਜਿਹੇ ਮੌਕੇ ਤੇ ਹੋਰ ਵੀ ਫੈਲਣ ਦਾ ਖਤਰਾ ਹੁੰਦਾ, ਸੋ ਮਾਸਕ ਪਾ ਕੇ ਰੱਖਣ ਤਾਂ ਕਾਫੀ ਬਚਾਓ ਹੋ ਸਕਦਾ। ਜੀ ਜੀ। ਸੋ ਅੱਜ ਦਾ ਜਿਹੜਾ ਅਸੀਂ ਵਿਸ਼ਾ ਲਿਆ ਜੀ, ਉਹ ਲਿਆ ਕਿ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ, ਸ਼੍ਰੀ ਚਮਕੌਰ ਸਾਹਿਬ ਦੀ ਧਰਤੀ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਪਰਿਵਾਰ ਵਿਛੋੜਾ ਜੀ ਗੁਰਦੁਆਰਾ ਸਾਹਿਬ। ਸੰਗਤਾਂ ਬੜੇ ਉਤਸ਼ਾਹ ਦੇ ਨਾਲ ਜਾਂਦੀਆਂ ਨੇ, ਨੌਜਵਾਨ ਬੱਚੇ ਵੀ ਜਾਂਦੇ ਆ ਬਹੁਤ ਜੀ। ਤੇ ਕੁਛ ਹੁੰਦੇ ਨੇ, ਆਪਾਂ ਸਾਰਿਆਂ ਦੀ ਗੱਲ ਨਹੀਂ ਕਰਾਂਗੇ ਕਿ ਕਈਆਂ ਦੀ ਭਾਵਨਾ ਕੁਛ ਹੋਰ ਹੁੰਦੀ ਹੈ। ਕੁਝ ਨੇ ਜਿਹੜੇ ਉਹ ਜਾਂਦੇ ਹਰ ਸਾਲ ਨੇ, ਪਰ ਜਾਂਦੇ ਇੱਕ ਮੇਲੇ ਦੇ ਰੂਪ ਦੇ ਵਿੱਚ ਨੇ। ਤੁਸੀਂ ਇਹ ਸਭ ਕੁਛ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੇਰੇ ਹਿਸਾਬ ਨਾਲ ਮੈਂ 1% ਵੀ ਕਸੂਰਵਾਰ ਉਹਨਾਂ ਨੂੰ ਨਹੀਂ ਠਹਿਰਾਉਂਦੀ ਜੋ ਇਸ ਸੋਚ ਨਾਲ ਜਾਂਦੇ ਹੋਣਗੇ। ਕਾਰਨ ਦੱਸਦੀ ਹਾਂ ਕਿਉਂ। ਮੈਨੂੰ ਚੇਤੇ ਹੈ ਮੇਰੇ ਦਾਦੀ ਜੀ, ਮੇਰੇ ਨਾਨੀ ਜੀ ਜਿਸ ਤਰੀਕੇ ਦਾ ਸਾਡੇ ਨਾਲ ਇਹਨਾਂ ਦਿਨਾਂ ਵਿੱਚ, ਮੈਨੂੰ ਬਹੁਤ ਛੋਟੀ ਸਾਂ ਮੈਂ, ਮੈਨੂੰ ਚੇਤੇ ਹੈ ਕਿ ਤੁਸੀਂ ਰਾਤ ਦੀ ਰੋਟੀ ਨਹੀਂ ਖਾਣੀ ਅਤੇ ਥੱਲੇ ਫਰਸ਼ 'ਤੇ ਸੌਵੋ, ਅਤੇ ਉਹ ਚੀਜ਼ ਜੋ ਸਾਨੂੰ ਮਹਿਸੂਸ ਕਰਵਾਉਂਦੇ ਸਨ ਸਾਡੇ ਅਚੇਤ ਮਨ, ਯਾਨੀ ਦੋ ਤਰ੍ਹਾਂ ਦਾ ਅਸੀਂ ਕਹਿ ਲਈਏ ਸੋਚ ਹੁੰਦੀ ਜੇ, ਜੋ ਅਸੀਂ ਵੇਖਦੇ ਹਾਂ ਉਹਦੇ ਹਿਸਾਬ ਨਾਲ ਜੋ ਸਾਡਾ ਮਨ ਸੋਚੇ ਉਹ ਵੱਖਰੀ, ਅਤੇ ਇੱਕ ਅਚੇਤ ਮਨ ਹੈ ਜਿਹਦੇ ਵਿੱਚ ਕੋਈ ਨਾ ਕੋਈ ਚੀਜ਼ ਡੂੰਘੀ ਉੱਕਰ ਜਾਂਦੀ ਹੈ ਕਿ ਬਹੁਤ ਮਾੜਾ ਕੁਝ ਵਾਪਰਿਆ। ਯਾਨੀ ਇੱਕ 4 ਜਾਂ 5 ਵਰ੍ਹਿਆਂ ਦਾ ਬੱਚਾ ਜਦੋਂ ਮੈਂ ਉਦੋਂ ਸੀ ਤਾਂ ਕੀ ਸਮਝ ਹੁੰਦੀ ਹੈ ਕੀ ਵਾਪਰਿਆ ਜਾਂ ਨਹੀਂ, ਪਰ ਉੱਥੇ ਵੀ ਤਾਂ ਆਖਰ 6 ਵਰ੍ਹਿਆਂ ਦੇ ਬਾਲ ਨੇ ਕਮਾਲ ਕਰ ਵਿਖਾਇਆ ਸੀ। ਸੋ ਉਸੇ ਉਮਰ ਵਿੱਚ ਜਦੋਂ ਮਨ ਵਿੱਚ ਇਹ ਚੀਜ਼ ਬੈਠ ਜਾਏ ਕਿ ਇਹਨਾਂ ਦਿਨਾਂ ਵਿੱਚ ਕੁਝ ਮਾੜਾ ਵਾਪਰਿਆ ਹੈ, ਬਹੁਤ ਮਾੜਾ, ਤਾਂ ਇਹ ਕੁਦਰਤੀ ਤੌਰ 'ਤੇ ਤੁਹਾਡਾ ਮਨ ਉਸੇ ਤਰ੍ਹਾਂ ਦਾ ਹੀ ਉਚਾਟ ਜਿਹਾ, ਅਤੇ ਨਹੀਂ ਕੋਈ ਵੀ ਸੈਲੀਬ੍ਰੇਸ਼ਨ ਨਹੀਂ ਹੋਣੀ ਚਾਹੀਦੀ, ਭੁੱਖੇ ਪੇਟ ਸੌਣਾ ਹੈ ਜਾਂ ਥੱਲੇ ਸੌਣਾ ਹੈ, ਉਹ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਸਨ ਬਜ਼ੁਰਗ ਕਿ ਕੀ ਵਾਪਰਿਆ। ਸੋ ਉਹ ਚੀਜ਼ ਜਦੋਂ ਥੋੜ੍ਹਾ ਵੱਡੇ ਹੋਏ ਸਮਝ ਆਈ ਤਾਂ ਬੜੀ ਵਾਰ ਰੋਣਾ ਵੀ ਕਿ ਅੱਛਾ ਇੰਨਾ ਜ਼ੁਲਮ, ਅਤੇ ਉਹ ਸਾਡੇ ਤੋਂ ਵੀ ਇੰਨੇ ਨਿੱਕੇ ਨਿੱਕੇ ਜਿੰਨੇ ਕਿਸ ਤਰੀਕੇ ਸਹਿ ਗਏ ਹੋਣਗੇ। ਹੁਣ ਜਦੋਂ ਡਾਕਟਰ ਬਣਨ ਬਾਅਦ ਸਮਝ ਆਉਂਦੀ ਜੇ ਕਿ ਅਸੀਂ ਆਪਣੇ ਬੱਚੇ ਕਿਸ ਤਰੀਕੇ ਦੇ ਬਣਾਏ ਜਾਂ ਕਿਵੇਂ ਉਹਨਾਂ ਨੂੰ ਅਸੀਂ ਸਿੱਖਿਆ ਦੇ ਰਹੇ ਹਾਂ, ਉਹ ਬਹੁਤ ਉਹਦੇ ਉੱਤੇ ਆਧਾਰਿਤ ਹੈ। ਯਾਨੀ ਅਸੀਂ ਬੱਚੇ ਨੂੰ ਜੇ ਕਹੀਏ ਚੱਲ ਮੇਲੇ 'ਤੇ ਚੱਲਣਾ, ਅਸੀਂ ਉੱਥੇ ਜਲੇਬੀਆਂ ਖਾ ਕੇ ਆਵਾਂਗੇ, ਤਾਂ ਉਸ ਬੱਚੇ ਨੂੰ ਜਿਸ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ, ਅਤੇ ਉਹਦਾ ਅਚੇਤ ਮਨ ਇਹ ਸੋਚੀ ਬੈਠਾ ਕਿ ਇਹ ਤਾਂ ਜਸ਼ਨ ਦਾ ਮਾਹੌਲ ਹੈ, ਮੇਲੇ 'ਤੇ ਜਾਣਾ, ਉਹ ਵੱਡਾ ਹੋਣ ਤੱਕ ਵੀ ਉਹ ਪੀੜ ਮਹਿਸੂਸ ਕਰ ਹੀ ਨਹੀਂ ਸਕਦਾ। ਸੋ ਉਹ ਚੀਜ਼ ਜਿਸਨੇ ਨੌਜਵਾਨ ਬੱਚੇ ਨੇ ਉੱਥੇ ਜਾ ਕੇ ਇਹ ਪੀੜ ਨਾ ਹੰਢਾਈ ਹੋਵੇ, ਅਤੇ ਫਿਰ ਉਹਦੇ ਲਈ ਮੌਜ ਮਸਤੀ ਜਾਂ ਮੇਲੇ ਦਾ ਇਹ ਹੋ ਸਕਦਾ ਜੇ ਮਾਹੌਲ। ਤਾਂ ਹੁਣ ਜੇ ਆਪਾਂ ਵੇਖੀਏ ਕਿ ਭਾਰੀ ਗਿਣਤੀ ਅਜੇ ਵੀ ਜਿਹੜੇ ਬਜ਼ੁਰਗ ਨੇ
ਉਹ ਉਸੇ ਪੀੜ ਨੂੰ ਜਰਦਿਆਂ ਜਾਂਦੇ ਨੇ। ਪਰ ਮੈਂ ਇੱਕ ਹੋਰ ਦਰਦ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਬੜੀ ਥਾਈਂ ਗੱਲ ਕੀਤੀ ਕਿ ਜਿਵੇਂ ਇੱਕ ਵੇਲਿੰਗ ਵਾਲ ਹੈ, ਜਿੱਥੇ ਜਦੋਂ ਜ਼ੁਲਮ ਹੋਇਆ ਸੀ ਤਾਂ ਉਹਨੂੰ ਯਾਦ ਕਰਨ ਲਈ ਸਾਰੇ ਜਣੇ ਵਿਸ਼ਵ ਪੱਧਰ 'ਤੇ ਉੱਥੇ ਪਹੁੰਚਦੇ ਨੇ, ਕਿ ਮੱਥਾ ਉੱਥੇ ਮਾਰਦੇ ਨੇ, ਰੋਂਦੇ ਨੇ ਕਿ ਸਾਡੇ ਇਸ ਤਰੀਕੇ ਦੇ ਸ਼ਹੀਦ ਸਨ। ਸਾਡੇ ਵੀ ਕੰਧ ਸੀ ਇੱਕ, ਜਿਹਨੂੰ ਦੇਖ ਕੇ ਰੁੱਗ ਭਰ ਆਉਂਦਾ ਸੀ ਕਿ ਇਹੀ ਇੱਟਾਂ ਨੇ, ਰੱਤ ਪੀਣੀਆਂ ਇੱਟਾਂ, ਇਹਨਾਂ ਨੇ ਹੀ ਸਾਡੇ ਨਿੱਕੇ ਨਿੱਕੇ ਬਾਲ ਇਸ ਤਰੀਕੇ ਚਿਣੇ, ਤੇ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਇਸ ਤਰੀਕੇ ਦਾ ਅਸੀਂ ਤਿਆਰ ਹੋਈਏ, ਅਗਾਂਹ ਤੋਂ ਜ਼ੁਲਮ ਨਾ ਹੋਏ। ਤੇ ਖੜ ਕੇ ਜਿਵੇਂ ਤੁਸੀਂ ਅੱਖਾਂ ਵੀ ਭਰ ਆਉਂਦੀਆਂ, ਦਿਲ ਵੀ ਭਰਦਾ ਕਿ ਇੰਨਾ ਜ਼ੁਲਮ ਜੇ ਹੋਇਆ ਤਾਂ ਵਾਹਿਗੁਰੂ ਸਭ ਪਾਸੇ ਸੁੱਖ ਸ਼ਾਂਤੀ ਬਖਸ਼ੇ, ਕਿਸੇ ਹੋਰ ਥਾਈਂ ਇਹ ਜ਼ੁਲਮ ਨਾ ਹੋਵੇ। ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਗਈ ਹਾਂ ਬੜੀ ਵਾਰ, ਉਹ ਵੀ ਉੱਥੇ ਰੋਏ ਜਦੋਂ ਮੈਂ ਅਹਿਸਾਸ ਉਹਨਾਂ ਨੂੰ ਦਿਵਾਇਆ ਕਿ ਕੀ ਵਾਪਰਿਆ, ਕਿ ਕਿਉਂ ਇੰਨਾ ਜ਼ੁਲਮ ਆਖਰ ਹੋਇਆ, ਪੁੱਛਦੇ ਸਨ। ਹੁਣ ਜਦੋਂ ਜਾਈਏ ਤਾਂ ਦੇਖੋ ਉੱਥੇ ਉਹ ਕੰਧ ਨਹੀਂ ਜੇ, ਥੜਾ ਬਣਾ ਦਿੱਤਾ ਗਿਆ ਜਿੱਥੋਂ ਤੁਹਾਨੂੰ ਉਹ ਤਰੰਗਾਂ ਪਹੁੰਚ ਹੀ ਨਹੀਂ ਸਕਦੀਆਂ, ਉਹ ਮਹਿਸੂਸ ਤੁਸੀਂ ਕਰ ਹੀ ਨਹੀਂ ਸਕਦੇ। ਤਾਂ ਕਸੂਰਵਾਰ ਕਿਵੇਂ ਅਸੀਂ ਗਿਣ ਸਕਦੇ ਹਾਂ? ਸਾਡੇ ਆਪਣੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ਉਹ ਕੰਧ ਨਹੀਂ ਵੇਖੀ, ਉਸ ਕੰਧ ਨਾਲ ਮੱਥਾ ਮਾਰ ਕੇ ਰੋਏ ਨਹੀਂ, ਉੱਥੇ ਉਹਨਾਂ ਨੂੰ ਵੱਡੇ ਵਡੇਰਿਆਂ ਨੇ ਪੀੜ ਸਮਝਾਈ ਨਹੀਂ, ਤਾਂ ਉਹਨਾਂ ਲਈ ਉਸ ਥੜਾ ਬਣਾ ਕੇ ਉਹਦੇ ਉੱਤੇ ਦੀਵੇ ਬਾਲ ਦਿੱਤੇ ਹੋਣ, ਤਾਂ ਮੈਂ ਲਾਹਨਤ ਦੀ ਗੱਲ ਹੀ ਕਹਿ ਸਕਦੀ ਹਾਂ ਕਿ ਜਿਸ ਥਾਂ ਤੋਂ ਵਰਜਿਆ ਗਿਆ, ਭਾਈ ਹਕੀਕਤ ਵਿੱਚ ਖੜੇ ਹੋਵੋ। ਤੁਸੀਂ ਕਿਸੇ ਹੋਰ ਲਈ ਮਰ ਜਾਣਾ, ਆਪਾ ਵਾਰ ਦੇਣਾ, ਉਸ ਸੋਚ ਤੋਂ ਅਸੀਂ ਮੁੜ ਘਿੜ ਕੇ ਫਿਰ ਉਹੀ ਮੂਰਤੀ ਪੂਜਨ ਜਾਂ ਅਸੀਂ ਦੀਵਿਆਂ ਦੇ ਵਾਸਤੇ ਜਦੋਂ ਅਸੀਂ ਮੱਥੇ ਟੇਕਣ ਪਹੁੰਚ ਜਾਈਏ, ਤਾਂ ਖਿਮਾ ਕਰਿਓ, ਅਸੀਂ ਆਪਣੇ ਨੌਜਵਾਨ ਬੱਚਿਆਂ ਵਿੱਚ ਉਹ ਪੀੜ ਪੈਦਾ ਕਰ ਹੀ ਨਹੀਂ ਸਕਦੇ। ਕਸੂਰਵਾਰ 100% ਅਸੀਂ ਹਾਂ। ਕਿਉਂ ਨਹੀਂ ਸਾਡੇ ਉਹ ਸਾਰੇ ਖੜੇ ਹੋਏ ਜਿਨ੍ਹਾਂ ਦੇ ਮਨ ਵਿੱਚ ਜਾਂ ਜਿਨ੍ਹਾਂ ਦੇ ਦਿਲ 'ਚ ਅਜੇ ਅਣਖ ਜ਼ਿੰਦਾ ਸੀ? ਉਹ ਕਿਉਂ ਨਹੀਂ ਖੜੇ ਹੋਏ? ਆਵਾਜ਼ ਕਿਉਂ ਨਹੀਂ ਚੱਕੀ ਕਿ ਕਿਉਂ ਇਸ ਕੰਧ ਨੂੰ ਦਫਨ ਕਰ ਰਹੇ ਹੋ? ਇਹ ਸਾਡੇ ਸ਼ਹੀਦਾਂ ਦੀ ਹਮੇਸ਼ਾ ਲਈ ਇੱਕ ਟਿਕੀ ਰਹਿਣ ਵਾਲੀ ਅਜਿਹੀ ਯਾਦ ਸੀ, ਜਿਹਨੂੰ ਤੁਸੀਂ ਦੀਵੇ ਦੇ ਰੂਪ ਵਿੱਚ ਕਿਉਂ ਤਬਦੀਲ ਕਰ ਰਹੇ ਹੋ? ਬਿਲਕੁਲ ਜੀ। ਯਾਨੀ ਇਹ ਚੀਜ਼ ਅਸੀਂ ਜਦੋਂ ਖੋਹ ਹੀ ਲਈ, ਆਪਣੇ ਵਿਰਾਸਤ ਹੀ ਖੋਹ ਲਈ, ਅਸੀਂ ਬੱਚਿਆਂ ਨੂੰ ਦਿੱਤੀ ਨਹੀਂ, ਤਾਂ ਫਿਰ ਕੀ ਪਾਲਦੇ ਆ? ਉਹ ਜਸ਼ਨ ਤੇ ਹੀ ਜਾਣਗੇ, ਮੇਲੇ ਤੇ ਹੀ ਜਾਣਗੇ, ਉੱਥੇ ਦੀ ਪੀੜ ਕਿਵੇਂ ਮਹਿਸੂਸ ਕਰਨਗੇ? ਵੇਖੋ ਅੱਜ ਪਿੰਡਾਂ ਵਿੱਚ ਸਾਡੀਆਂ ਨੌਜਵਾਨ ਕਿੰਨੀਆਂ ਕਮਾਵਾਂ ਨੇ ਜਿਹੜੀਆਂ ਆਪਣੇ ਵਿਰਾਸਤ ਨੂੰ ਸਾਂਭ ਕੇ ਬੈਠੀਆਂ ਹੋਣ, ਜਿਹੜੀਆਂ ਇਤਿਹਾਸ ਸੁਣਾਉਂਦੀਆਂ ਹੋਣ, ਜਿਨ੍ਹਾਂ ਨੂੰ ਮੋਬਾਈਲਾਂ ਤੋਂ ਹੀ ਵੇਲ ਨਾ ਹੋਵੇ। ਇਹੋ ਜਿਹੀਆਂ ਕੌਮਾਂ ਯਾਦਗਾਰਾਂ ਤੱਕ ਹੀ ਸੀਮਤ ਹੋ ਜਾਂਦੀਆਂ ਨੇ, ਉਹ ਅਗਾਂਹ ਇਤਿਹਾਸ ਨਹੀਂ ਸਿਰਜ ਸਕਦੀਆਂ। ਸੋ ਪਹਿਲੀ ਚੀਜ਼ ਇਹ ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ, ਸਾਡੀਆਂ ਮਾਵਾਂ ਸਮਝਣ ਉਹ ਪੀੜ ਕੀ ਹੈ, ਤੇ ਫਿਰ ਹੀ ਉਹ ਬੱਚਿਆਂ ਤੱਕ ਜਦ ਪਹੁੰਚਾਉਣਗੀਆਂ ਤਾਂ ਹੀ ਉਹ ਸਹੀ ਰਾਹ ਤੇ ਜਾਣਗੇ। ਵਰਨਾ ਇਹ ਇਤਿਹਾਸ ਹੌਲੀ ਹੌਲੀ ਜਿਵੇਂ ਅਸੀਂ ਦਫਨ ਕੀਤਾ, ਕਿਤਾਬਾਂ 'ਚੋਂ ਵੀ ਗਾਇਬ ਹੋਏਗਾ, ਤੇ ਫਿਰ ਇਹ ਸਿਰਫ ਜਸ਼ਨ ਮੇਲੇ ਹੀ ਰਹਿ ਜਾਣੇ ਨੇ। ਇਹ ਜਦੋਂ ਸਾਡਾ ਇੰਨਾ ਮਾਣਮੱਤਾ ਇਤਿਹਾਸ ਖੋਹ ਲਿਆ ਗਿਆ ਨਾ, ਪੰਜਾਬੀ ਨਹੀਂ ਜੇ ਬਚਣੇ। ਬਿਲਕੁਲ ਜੀ, ਬਿਲਕੁਲ, ਕੋਈ ਸ਼ੱਕ ਨਹੀਂ ਜੀ, ਕਿਉਂਕਿ ਅਸੀਂ ਸੱਚ ਤੋਂ ਜਿਹੜਾ ਕੋਹਾਂ ਦੂਰ ਲੰਘੇ ਜੀ। ਜਿਵੇਂ ਤੁਸੀਂ ਗੱਲ ਕੀਤੀ, ਅਸੀਂ ਤਸਵੀਰਾਂ 'ਚ ਜਾਂ ਅਸੀਂ ਮੂਰਤੀ ਪੂਜਾ ਵਾਲੇ ਪਾਸੇ, ਜਿੱਥੋਂ ਸਾਨੂੰ ਵਰਜਿਆ ਉਧਰਲੇ ਪਾਸੇ ਅਸੀਂ ਤੁਰ ਪਏ ਜਾਂ ਤੋੜ ਦਿੱਤੇ ਗਏ। ਬਿਲਕੁਲ। ਪਰ ਗੱਲ ਇਹ ਹੁੰਦੀ ਜੇ ਕਿ ਦੁਨੀਆ ਭਰ ਵਿੱਚ ਮੈਂ ਨਿਊਰਮਬਰਗ ਗਈ ਸਾਂ, ਵੀਰ ਉੱਥੋਂ ਦੇ ਧੰਨ ਨੇ ਜਿਨ੍ਹਾਂ ਨੇ ਆਪਣੇ ਕੰਮਕਾਰ ਛੱਡ ਕੇ ਮੈਨੂੰ ਨਾਲ ਲੈ ਕੇ ਵੀ ਗਏ, ਉੱਥੇ ਦਿਖਾਇਆ ਸਾਰਾ ਕੁਛ। ਸੱਚ ਦੱਸਾਂ, ਬੜਾ ਪਹਿਲੀ ਵਾਰ ਕਿਤੇ ਓਪਰੀ ਧਰਤੀ 'ਤੇ ਰੱਜ ਕੇ ਮੈਂ ਰੋਈ ਸੀ, ਕਿਉਂਕਿ ਉਹਨਾਂ ਥਾਵਾਂ 'ਤੇ ਜਿੰਨਾ ਵੀ ਜ਼ੁਲਮ ਹੋਇਆ ਸੀ ਦੁਨੀਆ ਭਰ ਵਿੱਚ ਕਿਸੇ ਵੀ ਥਾਂ 'ਤੇ, ਸਭ ਚੀਜ਼ ਦਾ ਉੱਥੇ ਜ਼ਿਕਰ ਹੈ, ਕੰਧਾਂ 'ਤੇ ਉਕਰਿਆ ਪਿਆ ਵੀ ਮਨੁੱਖੀ ਅਧਿਕਾਰਾਂ ਦਾ ਕਤਲ ਹੋਇਆ। ਉੱਥੇ ਪੰਜਾਬ ਦੀ ਵਿਰਾਸਤ, ਜਿਹਦੇ ਵਿੱਚ ਅਸੀਂ ਅਫਸੋਸ ਹਿੰਦੂ ਸਿੱਖ ਮੁਸਲਮਾਨ ਕਹਿ ਕੇ ਅਸੀਂ ਪਾੜ ਦਿੱਤੇ ਗਏ, ਪੰਜਾਬੀ ਨਹੀਂ ਰਹੇ, ਤੇ ਪੰਜਾਬ ਦਾ ਉਹ ਮਾਣਮੱਤਾ ਇਤਿਹਾਸ ਜਿਹੜਾ ਲਹੂ ਦੇ ਨਾਲ ਲਿਖਿਆ ਹੋਇਆ ਹੈ, ਰੱਤ ਭਿੱਜੀਆਂ ਯਾਦਾਂ ਉੱਥੇ ਗਾਇਬ ਹੋਣ, ਤਾਂ ਤੁਸੀਂ ਸਮਝ ਸਕਦੇ ਹੋ ਕਿ ਦੁਨੀਆ ਭਰ ਵਿੱਚ ਹਰ ਨਿੱਕੇ ਤੋਂ ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡੇ ਗੱਲ ਦਾ ਜ਼ਿਕਰ ਹੋਏ, ਸਾਡੇ ਘੱਲੂਘਾਰਿਆਂ ਦਾ ਜ਼ਿਕਰ ਨਾ ਹੋਏ। ਸਾਡੀਆਂ ਉਹ ਸ਼ਹਾਦਤਾਂ ਜਿਹਦੇ ਨਾਲ ਪੱਤਾ ਪੱਤਾ ਲਾਲ ਹੋਇਆ ਪਿਆ ਹੋਵੇ, ਸਾਡੇ 1984 ਦੇ ਵਿੱਚ ਜੋ ਟਾਇਰ ਪਾਏ ਗਏ, ਉਹਦੇ ਵਿੱਚ ਪਤਾ ਜੇ ਬਚਾਉਣ ਵਾਲੇ ਵੀ ਕੌਣ ਸਨ? ਉਹੀ ਸਾਡੇ ਪਿਆਰੇ ਵੀਰ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ, ਉਹੀ ਅਗਾਂਹ ਆਏ ਸਨ ਜਿਨ੍ਹਾਂ ਨੇ ਬਹੁਤ ਜਾਨਾਂ ਬਚਾਈਆਂ ਸੀ।
ਅਸੀਂ ਉਹਦੇ ਵਿੱਚ ਹਿੰਦੂ ਸਿੱਖ ਦਾ ਪਾੜ ਬਿਲਕੁਲ ਨਹੀਂ ਮੰਨ ਸਕਦੇ, ਕਿਉਂਕਿ ਜਿਹੜੇ ਵੀ ਭੜਕਾਏ ਗਏ ਲੋਕ ਸਨ ਉਹ ਸਿਰਫ ਸਿਆਸਤਦਾਨਾਂ ਵੱਲੋਂ ਕੀਤੇ ਗਏ ਸੀ ਆਪਣੀਆਂ ਕੁਰਸੀਆਂ ਸਦਕਾ, ਕਿ ਇਹ ਆਪਸ ਵਿੱਚ ਵੰਡੇ ਜਾਣ। ਬਿਲਕੁਲ ਕਾਸ਼ ਜੇ ਇੰਨੀ ਕੁ ਸਮਝ ਸਾਡੇ ਲੋਕਾਂ ਨੂੰ ਆ ਜਾਏ ਕਿ ਅਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਨਹੀਂ, ਅਸੀਂ ਪੰਜਾਬੀ ਹਾਂ, ਸਾਡੀ ਜ਼ਬਾਨ ਪੰਜਾਬੀ ਹੈ, ਚੜ੍ਹਦੇ ਜਾਂ ਲਹਿੰਦੇ ਪੰਜਾਬ ਦੀ, ਤਾਂ ਮੇਰਾ ਖਿਆਲ ਇਹ ਸਾਰੇ ਇਹ ਜੋ ਮਨਾਂ ਵਿੱਚ ਸਾਡੇ ਪਾੜ ਪਾਏ ਨੇ ਖਤਮ ਹੋ ਜਾਣਗੇ। ਉਸ ਦਿਨ ਦੀ ਤਾਕਤ ਇਹ ਸਿਆਸਤਦਾਨ ਨਹੀਂ ਜੇ ਸਾਂਭ ਸਕਣ ਲੱਗੇ, ਪਰ ਉਹਦੇ ਵਿੱਚ ਇਹ ਯਾਦਗਾਰਾਂ ਜਦੋਂ ਸਾਡੀਆਂ ਪੁਰਾਣੀਆਂ ਖਤਮ ਕਰਨ ਦਾ ਮਕਸਦ ਇਹ ਹੈ ਕਿਤੇ ਲਹੂ ਨਾ ਗਰਮਾ ਜਾਣ, ਇਹ ਪੰਜਾਬੀ ਕਿਤੇ ਜਾਗ ਨਾ ਜਾਣ, ਇਹਨਾਂ ਦੀ ਅਣਖ ਮਾਰ ਦਿੱਤੀ ਜਾਏ, ਤੇ ਵਾਕਈ ਉਹੀ ਹੋ ਰਿਹਾ ਕਿ ਸਾਡੀ ਅਗਲੀ ਪੀੜ੍ਹੀ ਨੱਚਦੀ ਗਾਉਂਦੀ ਜਲੇਬੀਆਂ ਖਾਂਦੀ ਰੌਸ਼ਨੀਆਂ ਕਰਦੀ। ਅਫਸੋਸ ਕਿੱਥੇ ਜੇ, ਕਿੰਨੇ ਕੁ ਘਰ ਉਂਗਲਾਂ ਤੇ ਗਿਣਿਓ ਕਿਹੜੇ ਘਰ ਨੇ ਜਿਹੜੇ ਰੋਂਦੇ ਹੋਣ, ਜਿਨ੍ਹਾਂ ਰਾਤ ਨੂੰ ਰੋਟੀ ਨਾ ਪਕਾਈ ਹੋਵੇ, ਜਿਹੜੇ ਜ਼ਮੀਨ ਤੇ ਸੌਂਦੇ ਹੋਣ, ਉਂਗਲਾਂ ਤੇ ਗਿਣ ਕੇ ਦੱਸਿਓ ਜੇ ਲੱਭਦੇ ਨੇ, ਤੇ ਨਹੀਂ ਤਾਂ ਫਿਰ ਅਸੀਂ ਕੀ ਅਗਾਂਹ ਤੋਰ ਰਹੇ ਹਾਂ। ਬਿਲਕੁਲ ਜੀ, ਸ਼ੁਰੂਆਤ ਤਾਂ ਸਾਡੇ ਘਰਾਂ ਤੋਂ ਹੋਣੀ ਹੈ ਜੀ। ਬਿਲਕੁਲ ਪਹਿਲੀ ਗੱਲ ਸਾਡੇ ਘਰਾਂ ਤੋਂ ਹੋਣੀ, ਅਸੀਂ ਬੱਚਿਆਂ ਨੂੰ ਕੀ ਦੇ ਰਹੇ ਹਾਂ, ਤੇ ਦੂਸਰਾ ਜਿਹੜੀਆਂ ਅਸਲੀ ਯਾਦਗਾਰਾਂ ਸੀ, ਉਹਨਾਂ ਦੀਆਂ ਨਿਸ਼ਾਨੀਆਂ ਸੀ, ਉਹ ਖਤਮ ਕਰਤੀਆਂ ਜੀ, ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਬਿਲਕੁਲ, ਪਰ ਗੱਲ ਇਹ ਹੈ ਕਿ ਜਿਸ ਤਰੀਕੇ ਦਾ ਇਸ ਵੇਲੇ ਅਸੀਂ ਖਿਮਾ ਕਰਿਓ ਗੱਲ ਸ਼ਾਇਦ ਬਹੁਤ ਤਿੱਖੀ ਹੈ, ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਿਆਂ ਨੂੰ ਬਹੁਤ ਬਹੁਤ ਜਾਨਾਂ ਗਈਆਂ ਸਨ। ਬਿਲਕੁਲ ਜੀ, ਕੀ ਨਨਕਾਣਾ ਸਾਹਿਬ ਦੀ ਗੱਲ ਹੋਏ ਜਾਂ ਕੀ ਜਿੰਨਾ ਵੀ ਸਮਾਂ ਹੋਇਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਵਰਗਿਆਂ ਨੂੰ ਵੀ, ਸਾਡੇ ਗੁਰੂ ਸਾਹਿਬ ਨੂੰ ਬਾਹਰ ਥੜਾ ਸਾਹਿਬ ਜਿੱਥੇ ਹੁਣ ਉਹਨਾਂ ਨੂੰ ਬਹਿਣਾ ਪਿਆ ਹੋਏ ਵੀ ਮਹੰਤਾਂ ਨੇ ਦਰਵਾਜ਼ਾ ਤੱਕ ਨਾ ਖੋਲ੍ਹਿਆ ਹੋਵੇ, ਜਦੋਂ ਵਾਪਸ ਅਸੀਂ ਉਸੇ ਪਾਸੇ ਵੱਲ ਚਾਲੇ ਪਾ ਦਿੱਤੇ ਹੋਣ, ਫਿਰ ਉਹਨਾਂ ਦੀ ਸ਼ਕਲਾਂ ਵਾਲੀ ਫਿਰ ਦੁਬਾਰਾ ਉੱਥੇ ਮੱਲ ਕੇ ਬਹਿ ਜਾਣ, ਤਾਂ ਫਿਰ ਅਸੀਂ ਤਬਦੀਲੀ ਕਿੱਥੋਂ ਪਾ ਲਈਏ? ਕਿਉਂਕਿ ਸੋਚ ਸਾਡੀ ਗੋਲਕਾਂ ਤੱਕ ਸੀਮਤ ਹੋ ਗਈ ਹੈ ਕਿ ਅਸੀਂ ਕਿਸੇ ਵੀ ਥਾਂ ਦਸਤਾਰਾਂ ਲਵਾ ਸਕਦੇ ਹਾਂ, ਅਸੀਂ ਤਲਵਾਰਾਂ ਕੱਢ ਕੇ ਖੜੇ ਹੋ ਸਕਦੇ ਹਾਂ। ਜੰਗ ਕਿਸ ਚੀਜ਼ ਦੀ ਹੈ ਕਿ ਸਾਡੀ ਪ੍ਰਧਾਨਗੀ ਰਹਿਣੀ ਚਾਹੀਦੀ ਹੈ, ਪਰ ਜਿਸ ਵੀ ਧਰਮ ਦਾ ਆਗੂ ਜਦੋਂ ਲਿਫਾਫਿਆਂ ਚੋਂ ਨਿਕਲਣਾ ਸ਼ੁਰੂ ਹੋ ਜਾਏ ਨਾ, ਉਹ ਧਰਮ ਉਹਦੀ ਉਮਰ ਬਹੁਤੀ ਲੰਬੀ ਨਹੀਂ ਜੇ ਰਹਿੰਦੀ, ਕਿਉਂਕਿ ਬਗਾਵਤੀ ਸੁਰ ਜੇ ਖਤਮ ਹੋ ਜਾਏ, ਆਜ਼ਾਦੀ ਖਤਮ ਹੋ ਜਾਏ, ਫਿਰ ਕਿੱਥੋਂ ਅਸੀਂ ਦੁਬਾਰਾ ਪਾਲਾਂਗੇ ਉਹੀ ਚੀਜ਼, ਉਹੀ ਵੰਗਾਰ, ਉਹ ਬਹੁਤ ਔਖੀ ਹੁੰਦੀ ਜੇ, ਫਿਰ ਕੱਲੀ ਉੱਥੇ ਤੱਕ ਸੀਮਤ ਨਹੀਂ। ਬਿਲਕੁਲ ਜੀ, ਸਾਡੇ ਤਾਂ ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਰਿਟਾਇਰਡ ਜੱਜ ਸਾਹਿਬਾਨ ਵੀ ਕਹਿੰਦੇ ਨੇ ਕਿ ਇਹ ਜੱਜ ਵੀ ਉਸੇ ਸਮਾਜ ਵਿੱਚੋਂ ਹੀ ਨੇ, ਇਹ ਜ਼ਰੂਰ ਕਰਪਸ਼ਨ ਦੇ ਵਿੱਚ ਸ਼ਾਮਲ ਨੇ। ਜਿੱਥੇ ਕੋਈ ਮਹਿਕਮਾ ਐਸਾ ਨਾ ਹੋਵੇ ਜਿੱਥੇ ਅਸੀਂ ਕਹਿ ਸਕੀਏ ਕਿ ਇੱਥੇ ਨਹੀਂ ਭ੍ਰਿਸ਼ਟਾਚਾਰ, ਫਿਰ ਆਪਾਂ ਗੱਲ ਕੀ ਕਰਨਾ ਚਾਹੁੰਦੇ ਹਾਂ। ਪਰ ਪੋਜ਼ਿਟਿਵ ਨੋਟ ਇਹੋ ਹੈ ਕਿ ਸਾਡੀ ਇਹ ਪਨੀਰੀ ਤਾਂ ਗਈ, ਪਰ ਜਿਹੜੀ ਆਉਣ ਵਾਲੀ ਪਨੀਰੀ ਹੈ ਉਹਨੂੰ ਤਾਂ ਸਾਂਭਣ ਦੀ ਗੱਲ ਹੈ। ਬਿਲਕੁਲ ਜੀ, ਬਿਲਕੁਲ, ਕਿਉਂਕਿ ਹੁਣ ਇੱਕ ਹੋਰ ਜਿਵੇਂ ਉਹ ਚੀਜ਼ ਤਾਂ ਖਤਮ ਕਰਤੀ, ਹੁਣ ਲੋਕ ਵੀਡੀਓ ਵਗੈਰਾ ਪਾ ਰਹੇ ਆ, ਜਿਵੇਂ ਦੀਵਾਨ ਟੋਡਰ ਮੱਲ ਜੀ ਸੀਗੇ, ਉਹਨਾਂ ਦੀ ਜਿਹੜੀਆਂ ਯਾਦਗਾਰਾਂ ਨੇ ਉਹ ਇਸ ਤਰ੍ਹਾਂ ਹੀ ਬਣੇ, ਹਾਲਾਂਕਿ ਸੰਭਾਲਣ ਦੀ ਲੋੜ ਉਹਨਾਂ ਨੂੰ ਵੀ ਹੈ। ਬਿਲਕੁਲ, ਪਰ ਗੱਲ ਇਹ ਹੈ ਕਿ ਤੁਸੀਂ ਪੁੱਛ ਕੇ ਦੇਖਿਓ ਬੱਚਿਆਂ ਨੂੰ ਕਿ ਉਹਨਾਂ ਨੂੰ ਸਕੂਲਾਂ ਦੇ ਵਿੱਚ ਦੱਸਿਆ ਗਿਆ ਜਾਂ ਉਹਨਾਂ ਨੂੰ ਆਪ ਕੁਛ ਇਤਿਹਾਸ ਬਾਰੇ ਜਾਣਕਾਰੀ ਹੈ। ਸਾਡੇ ਹੀ ਮੁਲਕ ਵਿੱਚ ਜੇ ਸਾਡੇ ਸਕੂਲਾਂ ਦੇ ਬੱਚਿਆਂ ਨੂੰ 26 ਜਨਵਰੀ ਤੇ 15 ਅਗਸਤ ਦੀ ਅਹਿਮੀਅਤ ਨਹੀਂ ਪਤਾ, ਉਹ ਕਿਹੜੀਆਂ ਗੱਲਾਂ ਅਸੀਂ ਪਾਲਦੇ ਹਾਂ, ਉਹਨਾਂ ਤੋਂ ਦੇਸ਼ ਪ੍ਰੇਮ ਵੀ ਉਹਨਾਂ ਤੋਂ ਖੋਇਆ ਗਿਆ, ਕਿਉਂਕਿ ਉਹਨਾਂ ਨੂੰ ਇਹ ਦਿਨਾਂ ਦਾ ਅਹਿਸਾਸ ਹੀ ਨਹੀਂ। ਤੇ ਜਿਸ ਤਰੀਕੇ ਸਾਡੇ ਸ਼ਹੀਦਾਂ ਦੀ ਗੱਲ ਕਰਨੀ ਸ਼ੁਰੂ ਕਰੀਏ, ਮੈਂ ਤਾਂ ਆਪ ਹੀ, ਮੈਨੂੰ ਧੱਕਾ ਲੱਗਿਆ ਸੀ ਜਦੋਂ ਪੁੱਛਿਆ ਕਿ ਕੁਛ ਸ਼ਹੀਦਾਂ ਦੇ ਨਾਂ ਗਿਣਾ ਦਿਓ, ਤਾਂ ਉਹ ਸੋਚ ਕੇ ਕਾਫੀ ਚਿਰ ਸੋਚ ਕੇ ਕਹਿਣ ਲੱਗੇ ਲਾਲ ਕ੍ਰਿਸ਼ਨ ਅਡਵਾਨੀ ਜੀ। ਮੈਨੂੰ ਤਾਂ ਸਮਝ ਜੀ ਨਹੀਂ ਆਈ ਕਿ ਕਿਸ ਤਰੀਕੇ ਦੇ ਅਸੀਂ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ, ਕੀ ਪੜ੍ਹਾਈ ਕਰ ਰਹੇ ਨੇ, ਜਾਂ ਉਹਨਾਂ ਨੂੰ ਪੁੱਛਣਾ ਕਿ ਕੌਣ ਸੀ ਸ਼ਹੀਦ ਭਗਤ ਸਿੰਘ, ਕੌਣ ਸੀ ਸ਼ਹੀਦ ਊਧਮ ਸਿੰਘ, ਉਹਨਾਂ ਨੂੰ ਪਤਾ ਹੀ ਨਹੀਂ ਜਦੋਂ, ਤਾਂ ਫਿਰ ਆਪਾਂ ਉਸ ਤੋਂ ਪਿਛਾਂ ਦੀ ਕਿੱਥੇ ਜਾ ਰਹੇ ਹਾਂ? ਜੇ ਇੱਥੇ ਤੱਕ ਦੀ ਨਹੀਂ ਇਤਿਹਾਸ ਪਤਾ, ਤਾਂ ਪਿਛਾਂ ਜਾ ਕੇ ਜੇ ਮੈਂ ਪੁੱਛਾਂ ਕਿ ਕਿਸ ਤਰੀਕੇ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਨਿੱਕੇ ਨਿੱਕੇ ਬਾਲਾਂ ਨੇ ਦਰਖਤਾਂ ਦੀਆਂ ਛਿੱਲੜਾਂ ਲਾ ਕੇ ਸਮਾਂ ਕੱਟ ਲਿਆ ਸੀ, ਪਰ ਈਨ ਨਹੀਂ ਸੀ ਛੱਡੀ, ਅਣਖ ਨਹੀਂ ਸੀ ਛੱਡੀ। ਜਿੱਥੇ ਪਾਣੀ ਤੋਂ ਬਗੈਰ ਭੁੱਖੇ ਢਿੱਡ ਪਿਆਸੇ ਉਹ ਬਿਲਕੁਲ ਥਿੜਕੇ ਨਾ ਹੋਣ, ਉੱਥੇ ਸਾਡੇ ਅੱਜ ਦੇ ਬੱਚਿਆਂ ਨੂੰ ਉਹ ਦਿਨ ਵੀ ਯਾਦ ਨਾ ਹੋਣ, ਤਾਂ ਫਿਰ ਦੱਸੋ ਇਹਦੇ ਵਿੱਚ ਕਸੂਰਵਾਰ ਕੌਣ ਹੈ? ਬਿਲਕੁਲ ਜੀ, ਹੁਣ ਤਾਂ ਇੱਕ ਦਿਮਾਗ ਦੇ ਵਿੱਚ ਕੀੜੇ ਇੱਕੋ ਬੜਿਆ ਹੋਇਆ ਜੀ, ਜਿਹਦੇ ਇੱਕ ਹੈ ਇੱਕ, ਜਿਹਦੇ ਦੋ ਹੈ ਦੋ, ਔਰ ਸ਼ੁਰੂ ਤੋਂ ਇਹਨਾਂ ਦੇ ਮਨ ਦੇ ਵਿੱਚ ਇੱਕੋ ਚੀਜ਼ ਆ ਜਾਂਦੀ ਹੈ, ਇਹਨਾਂ ਨੂੰ ਬਾਹਰ ਭੇਜਣਾ।
ਦੱਸੋ ਇਹਨਾਂ ਉਹੀ ਗੱਲ ਆ ਗਈ ਵੀ ਯਾਦਗਾਰਾਂ ਨੂੰ ਸੰਭਾਲਣਾ ਜਾਂ ਉਹਨਾਂ ਵੱਲ ਧਿਆਨ ਦੇਣਾ ਜਾਂ ਇਤਿਹਾਸ ਨੂੰ ਪੜ੍ਹਨਾ, ਉਹ ਤਾਂ ਗੱਲਾਂ ਦੂਰ ਦੀਆਂ ਰਹਿ ਗਈਆਂ ਜੀ। ਬਾਕੀ ਅੱਗੇ ਜਾ ਕੇ ਥੋੜੀ ਉਹ ਸਾਡੇ ਇਹ ਪਿੱਛੇ ਵੱਲ ਨਿਗਾਹ ਮਾਰਨੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਸ ਚੀਜ਼ ਦਾ ਹਾਲੇ ਵੀ ਸਮਾਂ ਹੈ, ਅਸੀਂ ਸਾਂਭ ਸਕਦੇ ਹਾਂ ਕਿ ਜੇ ਹਿਬਰੂ ਜ਼ਬਾਨ ਖਤਮ ਹੋਣ ਦੇ ਕਿਨਾਰੇ ਸੀ ਤਾਂ ਵੇਖੋ ਨਾ ਸਭਨਾਂ ਨੇ ਜਿਊਜ਼ ਨੇ ਰੌਲਾ ਪਾ ਕੇ ਕਿ ਚੱਲੀ ਜੇ, ਤਾਂ ਉਹਨਾਂ ਦੇ ਬਜ਼ੁਰਗ ਖੜੇ ਹੋਏ ਸਨ ਕਿ ਅਸੀਂ ਅਜੇ ਵੀ ਵੇਲਾ ਸੰਭਾਲ ਸਕਦੇ ਹਾਂ, ਤੇ ਦੇਖੋ ਕਿਵੇਂ ਛਲਾਂਗਾ ਮਾਰਦੀ ਜ਼ਬਾਨ ਉੱਪਰਲੀਆਂ ਸਿਖਰਾਂ ਤੇ ਪਹੁੰਚੀ ਹੈ। ਅੱਜ ਵੀ ਲੋੜ ਹੈ ਸਾਡੇ ਜਿੰਨੇ ਵੀ ਦਾਦੇ ਨਾਨੇ ਦਾਦੀਆਂ ਨਾਨੀਆਂ ਹਨ, ਸਾਰਿਆਂ ਨੂੰ ਇਹ ਜ਼ਿੰਮੇਵਾਰੀ ਸਮਝ ਕੇ ਇੱਕ ਵਾਰ ਫਿਰ ਖੜੇ ਹੋਣਾ ਪਏਗਾ ਕਿ ਮਾਂ ਗੁਜਰੀ ਨੇ ਜੋ ਉਸ ਸਮੇਂ ਕਰ ਵਿਖਾਇਆ, ਜੇ ਉਦੋਂ ਠੰਡੇ ਬੁਰਜ ਵਿੱਚ ਉਹ ਬੈਠ ਕੇ ਵੀ ਬੱਚਿਆਂ ਵਿੱਚ ਇੱਕ ਅਜਿਹੀ ਸਕਾਰਾਤਮਕ ਊਰਜਾ ਭਰ ਸਕਦੇ ਸਨ, ਤਾਂ ਫਿਰ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਨਾਨੀਆਂ ਕਿਉਂ ਨਹੀਂ ਇਹ ਜ਼ਿੰਮੇਵਾਰੀ ਚੁੱਕਦੀਆਂ, ਜਿਹੜੀਆਂ ਅੱਜ ਦੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ, ਸਾਡੇ ਉਹ ਆਪਣੀ ਬਲਕਿ ਪੋਤਰਿਆਂ ਦੋਤਰਿਆਂ ਨੂੰ ਘੱਟੋ ਘੱਟ ਇਹ ਦਿਨ ਯਾਦ ਕਰਵਾ ਕੇ ਇਤਿਹਾਸ ਤਾਂ ਸਾਂਭ ਲੈਣ। ਇੰਨੀ ਕੁ ਤਾਂ ਜ਼ਰੂਰ ਬੇਨਤੀ ਮੈਂ ਕਰ ਸਕਦੀ ਹਾਂ ਅੱਜ ਦੇ ਦਿਨ। ਬਿਲਕੁਲ ਜੀ, ਬਿਲਕੁਲ। ਤੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਬਾਕੀ ਗੱਲਾਂ ਹੋਰ ਬਹੁਤ ਕਰਨੀਆਂ ਨੇ, ਅੱਗੇ ਸਮਾਂ ਲਾਵਾਂਗੇ ਕਿਉਂਕਿ ਅੱਜ ਤੁਹਾਡੀ ਸਿਹਤ ਕਰਕੇ ਥੋੜ੍ਹਾ ਆਪਾਂ ਨੂੰ ਜਲਦੀ ਸਮਾਪਤੀ ਕਰਨੀ ਪੈ ਗਈ। ਸੋ ਧੰਨਵਾਦ ਜੀ। ਸੋ ਦੋਸਤੋ, ਬੜਾ ਅਹਿਮ ਵਿਸ਼ਾ ਸੀ ਕਿਉਂਕਿ ਹਰ ਇੱਕ ਬੰਦਾ ਇਹ ਚੀਜ਼ ਕਹਿੰਦਾ ਹੈ, ਹਰ ਬੰਦਾ ਜਿਹਨੂੰ ਆਪਾਂ ਸੁਣੀਏ ਕਿ ਉੱਥੇ ਤਾਂ ਨੌਜਵਾਨ ਜਾਂਦੇ ਆ, ਉੱਥੇ ਸੀਟੀਆਂ ਵਜਾਉਂਦੇ ਫਿਰਦੇ, ਉੱਥੇ ਪੀਪਣੀਆਂ ਵਜਾਉਂਦੇ ਫਿਰਦੇ ਆ, ਜਾਂ ਉੱਥੇ ਲੰਗਰ ਟੇਸਟ ਕਰਦੇ ਫਿਰਦੇ ਆ। ਇਹਦਾ ਜ਼ਿੰਮੇਵਾਰ ਕੌਣ? ਇਹ ਸਾਨੂੰ ਸਭ ਨੂੰ ਬੈਠ ਕੇ ਸੋਚਣ ਦੀ ਲੋੜ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਿਹਾ, ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਕੀ ਕੁਝ ਸਿਖਾ ਰਹੇ ਹੋ। ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ।